खेती कानून ਨੂੰ ਲੈ ਕੇ किसान ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਮੁੜ ਮੀਟਿੰਗ ਹੋਈ ਹੈ, ਪਰ ਇਹ ਬੈਠਕ ਵੀ ਬੇਸਿੱਟਾ ਰਹੀ। ਹੁਣ ਅਗਲੀ ਮੀਟਿੰਗ 15 जनवरी ਨੂੰ ਦੁਪਹਿਰ 12 ਵਜੇ ਹੋਵੇਗੀ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ खेती कानून ਰੱਦ ਕਰੇ, ਪਰ ਸਰਕਾਰ ਇਸ ਦੇ ਲਈ ਤਿਆਰ ਨਹੀਂ ਹੈ। खेती कानून के मुद्दे ते किसानां ते केंद्र सरकार विचकार रेड़का जारी है। किसानां ते सरकार दरमियान मीटिंग बेसिट्टा रही है। अगली बैठक 15 जनवरी नूं होवेगी। किसानां ने फिर दोहराया कि सरकार खेती कानून रद्द करे अते MSP दी कानूनी गारंटी देवे। जो सरकार ਦੇ ਅੱਜ ਬਿਆਨ ਉਹਦੇ ਤੇ ਪ੍ਰੈਸ ਦੇ ਵਿੱਚ ਸਰਕਾਰ ਨੇ ਉਹੀ ਕੁਝ ਸੋਚਿਆ ਹੈ ਤੇ ਆ ਕੇ ਉਹਨਾਂ ਨੇ ਕਿਹਾ ਵੀ ਇਹ ਕਾਨੂੰਨ ਆ ਜਿਹੜੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਲਈ ਬਣਾਏ ਨੇ। ਇਸ ਲਈ ਇਹਨਾਂ ਕਾਨੂੰਨਾਂ ਨੂੰ ਉਹ ਦੇਸ਼ ਦੇ ਦੂਜੇ ਹਿੱਸਿਆਂ ਦੇ ਜਿਹੜੇ ਕਿਸਾਨ ਹੈਗੇ ਉਹ ਚਾਹੁੰਦੇ ਆ ਕਾਨੂੰਨ ਚੰਗੇ ਆ, ਸਾਡੇ ਭਲੇ ਲਈ ਆ, ਫਾਇਦੇ 'ਚ ਨੇ, ਅਸੀਂ ਇਹਨਾਂ ਨੂੰ ਰੱਦ ਨਹੀਂ ਕਰਾਉਣਾ ਚਾਹੁੰਦੇ। ਇਸ ਲਈ ਸਰਕਾਰ ਕਹਿੰਦੀ ਅਸੀਂ ਇਹਨਾਂ ਨੂੰ ਰੱਦ ਨਹੀਂ ਕਰ ਸਕਦੇ। ਕਿਸਾਨਾਂ ਨੇ ਕਿ ਨੁਮਾਇੰਦਿਆਂ ਨੇ ਕਿਹਾ ਵੀ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਇਸ ਕਰਕੇ ਕੀਤੀ ਸੀ ਵੀ ਅਸੀਂ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਪ੍ਰਕਿਰਿਆ ਲੈ ਕੇ ਆਵਾਂਗੇ। ਉਹਨਾਂ ਕਿਹਾ ਵੀ ਇਹਨਾਂ ਨੂੰ ਰੱਦ ਕਰਨਾ ਸਾਡੇ ਲਈ ਮੁਸ਼ਕਲ ਹੈ। ਉਸ ਤੇ ਜਦੋਂ ਡੈਡਲਾਕ ਹੋਇਆ ਸਰਕਾਰ ਉੱਠ ਕੇ ਚਲੀ ਗਈ ਵੀ ਅਸੀਂ ਕੁਝ ਵਿਚਾਰ ਲਈਏ। ਵਿਚਾਰਨ ਤੋਂ ਬਾਅਦ ਜਦੋਂ ਦੁਬਾਰਾ ਆਏ ਉਹਨਾਂ ਪ੍ਰਪੋਜ਼ਲ ਰੱਖੀ ਵੀ ਕੋਈ ਛੋਟੀ ਕਮੇਟੀ ਬਣਾ ਲਈਏ ਜਿਹਦੇ ਵਿੱਚ ਆਪਾਂ ਬਹਿ ਕੇ ਵਿਚਾਰ ਸਕੀਏ। ਕਿਸਾਨਾਂ ਨੇ ਇਹ ਗੱਲ ਤੇ ਕਿਹਾ ਵੀ ਇਹਨਾਂ ਗੱਲਾਂ ਨੂੰ ਅਸੀਂ ਉਰੇ ਕੋਈ ਫੈਸਲਾ ਨਹੀਂ ਕਰ ਸਕਦੇ। ਸਰਕਾਰ ਨੇ ਦੁਬਾਰਾ ਇਹ ਰਿਕੁਐਸਟ ਕੀਤੀ ਵੀ ਇਹ ਕਾਨੂੰਨਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਅਸੀਂ ਵੀ ਵਿਚਾਰਾਂਗੇ, ਤੁਸੀਂ ਵੀ 15 ਤਰੀਕ ਨੂੰ ਦੁਬਾਰਾ ਗੱਲ ਕਰਨੀ ਚਾਹੁੰਦੇ ਆ। ਕਿਸਾਨਾਂ ਦੇ ਨੁਮਾਇੰਦਿਆਂ ਨੇ ਕਿਹਾ ਵੀ ਅਸੀਂ ਦੁਬਾਰਾ ਆਪਣੀ ਗੱਲਬਾਤ ਵਿਚਾਰਾਂਗੇ, ਵਿਚਾਰ ਕੇ 15 ਤਰੀਕ ਦਾ ਫੈਸਲਾ ਕਰਾਂਗੇ ਦੁਬਾਰਾ। ਉਹਦੇ ਕੇਂਦਰ ਦੀ ਜਿਹੜੀ ਇਹ ਸਰਕਾਰ ਆ, ਤਾਨਾਸ਼ਾਹ ਸਰਕਾਰ ਆ, ਹਿਟਲਰ ਦੇ ਕਦਮਾਂ ਤੇ ਚੱਲਣ ਵਾਲੀ ਸਰਕਾਰ ਆ। ਤੁਸੀਂ ਦੇਖੋ ਕਿ ਕੁਛ ਵਾਸ਼ਿੰਗਟਨ ਦੇ ਵਿੱਚ ਵਾਪਰਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਟਵੀਟ ਕਰਦੇ ਆ ਇਸ 70 ਕਿਸਾਨ ਸ਼ਹੀਦ ਹੋ ਜਾਂਦੇ ਤੇ ਪ੍ਰਧਾਨ ਮੰਤਰੀ ਇੱਕ ਸਿੰਗਲ ਸ਼ਬਦ ਵੀ ਜਿਹੜਾ ਉਹ ਨਹੀਂ ਬੋਲਦੇ, ਜਿਸ ਤੋਂ ਤੈਅ ਆ ਕਿ ਸਰਕਾਰ ਲੋਕ ਵਿਰੋਧੀ ਆ, ਲੋਕਾਂ ਦੀ ਦੁਸ਼ਮਣ ਆ। ਔਰ ਇਸ ਤਰ੍ਹਾਂ ਦੀ ਸਰਕਾਰ ਨੂੰ ਝੁਕਾਉਣ ਵਾਸਤੇ ਇਤਿਹਾਸ ਸਿਰਜਣ ਦੀ ਜ਼ਰੂਰਤ ਹੁੰਦੀ ਆ ਤੇ ਉਹ ਇਤਿਹਾਸ 26 ਜਨਵਰੀ ਨੂੰ ਸਿਰਜਿਆ ਜਾਊਗਾ ਤੇ ਸਰਕਾਰ ਝੁਕਾਈ ਜਾਊਗੀ। ਮਤਲਬ ਅਸੀਂ ਸਾਡੇ ਜਿਹੜਾ ਬੁਲਾਰੇ ਨੇ ਉਹਨਾਂ ਨੇ ਗੱਲ ਰੱਖਤੀ, ਅਸੀਂ ਜਿੰਨਾ ਚਿਰ ਤਿੰਨੇ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਕੋਈ ਗੱਲ ਨਹੀਂ ਮੰਨਾਂਗੇ। ਉੱਥੇ ਉਹ ਚਾਹੁੰਦੇ ਸੀ ਵੀ ਖੇਤੀ ਕਾਨੂੰਨ ਦੀ ਗੱਲ ਤੋਰ ਲਈਏ, ਖੇਤੀਬਾੜੀ ਮੰਤਰੀ ਚਾਹੁੰਦਾ ਸੀ। ਅਸੀਂ ਸਪਸ਼ਟ ਜਵਾਬ ਦੇ ਦਿੱਤਾ ਵੀ ਬਿਲਕੁਲ ਨਹੀਂ। ਫਿਰ ਉਹ ਚਲੇ ਗਏ। ਫਿਰ ਉਹ ਆਏ ਮੇਰਾ ਖਿਆਲ ਸਵਾ ਘੰਟੇ ਬਾਅਦ। ਮੈਂ ਆਉਣ ਸਾਰ ਫਿਰ ਉਹੀ ਗੱਲ ਫਿਰ ਉਹਨੇ ਰੱਖਣ ਦੀ ਕੋਸ਼ਿਸ਼ ਕਰੀ, ਅਸੀਂ ਜਵਾਬ ਦਿੱਤਾ। ਸਾਡੇ ਚਾਰੇ ਬੁਲਾਰੇ ਨੇ ਇੱਥੋਂ ਤੱਕ ਗੱਲ ਕਹੀ ਤੀ ਵੀ ਇਹ ਛੋਟੀ ਗੱਲ ਤਾਂ ਛੱਡੋ, ਮੰਨਾਂਗੇ ਕੀ ਮੰਨਾਂਗੇ। ਜੇ ਕੋਰਟ ਨੇ ਵੀ ਸਾਡੇ ਖਿਲਾਫ ਫੈਸਲਾ ਕਰਤਾ ਸੀ ਤਾਂ ਵੀ ਨਹੀਂ ਮੰਨਦੇ। ਸਰਕਾਰ ਦਾ ਵਤੀਰਾ ਬਹੁਤ ਮਾੜਾ ਸੀ ਅੱਜ, ਤੇ ਉਹਨਾਂ ਨੇ ਆਫਰ ਕੀਤਾ ਤੁਸੀਂ ਸੁਪਰੀਮ ਕੋਰਟ ਆ ਜਾਓ। ਸੁਪਰੀਮ ਕੋਰਟ ਨੂੰ 11 ਤਰੀਕ ਪਈ ਹੋਈ ਆ। ਇਹਨਾਂ ਨੇ ਆਪਣੇ ਬੰਦੇ ਕੋਲੋਂ ਅਪੀਲ ਕਰਾਈ ਆ, ਅਸੀਂ ਤਾਂ ਕੋਰਟ 'ਚ ਗਏ ਨਹੀਂ, ਨਾ ਸਰਕਾਰ ਕੋਰਟ 'ਚ ਗਈ ਆ। ਸੁਪਰੀਮ ਕੋਰਟ ਨੇ ਉਲਟਾ ਸਰਕਾਰ ਨੂੰ ਕਿਹਾ ਵੀ ਗੱਲਬਾਤ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰੋ। ਉਹ ਅੱਜ ਤਰੀਕ ਦੇਣਾ ਚਾਹੁੰਦੀ ਸੁਪਰੀਮ ਕੋਰਟ। ਇਹਨਾਂ ਨੇ ਕਹਿੰਦਾ ਸਾਡੀ ਗੱਲਬਾਤ ਚੱਲਦੀ ਆ, ਉਹ ਉੱਥੇ ਝੂਠ ਬੋਲ ਕੇ ਤਰੀਕ ਲੈ ਲਈ ਆ। ਹੁਣ 11 ਤਰੀਕ ਆ, ਕੀ ਕਹਿੰਦੀ ਕੋਰਟ ਨੇ? ਕੋਰਟ ਤਾਂ ਇਹ ਕਹਿ ਰਹੀ ਵੀ ਸੈਟਲਮੈਂਟ ਕਰੋ। ਕਿਸਾਨਾਂ ਦੀਆਂ ਪੀਸਫੁਲ ਮੁਜ਼ਾਹਰਾ ਕਰ ਰਹੇ ਆ, ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਹਨਾਂ ਦੀਆਂ ਜੈਨੂਨ ਡਿਮਾਂਡਸ ਆ। ਇਹ ਵੀ ਉਹਨੇ ਕਿਹਾ ਵੀ ਇਹ ਤੁਹਾਨੂੰ ਬਹਿ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਸਾਨੂੰ ਹੁਣ ਕਹਿੰਦੇ ਕੋਰਟ ਵਿੱਚ ਤੁਸੀਂ ਆ ਜਾਓ। ਅਸੀਂ ਕਹਿੰਦੇ ਡੇਲੀ ਵੇਸ 'ਤੇ ਸੁਣ ਲਓ। ਅਸੀਂ ਦੋ ਟੋ ਕਹਿਤਾ ਵੀ ਸੁਪਰੀਮ ਕੋਰਟ ਵਿੱਚ ਤੁਹਾਡਾ ਕੀ ਵਤੀਰਾ, ਜੇ ਤੁਸੀਂ ਚਾਹੁੰਦੇ ਹੋ ਰੱਦ ਕਰਨਾ ਤੁਸੀਂ ਕ੍ਰੈਡੀਬਿਲਿਟੀ ਲਓ। ਤੁਸੀਂ ਕੋਰਟਾਂ ਦੇ ਕੋਈ ਛੱਡਣਾ ਚਾਹੁੰਦੇ ਹੋ, ਪਾਸ ਤੁਸੀਂ ਕੀਤੇ ਕਾਨੂੰਨ, ਤੁਸੀਂ ਮੁੜ ਕੇ ਕੋਰਟਾਂ ਕੋਲ ਵਰਡਿਕਟ ਲੈਂਦੇ ਫਿਰੋ। ਉਹਨਾਂ ਡਿਲੇ ਹੋ ਕੇ ਜਾਂਦੇ ਤੁਸੀਂ ਕਾਨੂੰਨ ਲਾਗੂ ਕਰ ਦੇਵੋ। ਇਹ ਤਾਂ ਮੈਥਡ ਕੋਈ ਠੀਕ ਨਹੀਂ ਗਾ। ਉਹ ਤੇ ਉਹ ਆਏ ਨਹੀਂ ਹਾਲੇ, ਤੇ ਅਸੀਂ ਬੜਾ ਸਖਤੀ ਨਾਲ ਕਹਿ ਦਿੱਤਾ ਵੀ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ, ਤੁਸੀਂ ਆਪਣੀ ਤਿਆਰੀ ਕਰੋ, ਅਸੀਂ ਆਪਣੀ ਕਰਾਂਗੇ। 30 ਦਸੰਬਰ ਨੂੰ ਹੋਈ बैठक च किसानां वालों रखियां 4 मुख मंगां चों 2 मंगां सरकार ने मन लईआं सन। पराली ऑर्डीनेंस च किसानां लई सरकार ने सोध दा ऐलान कीता सी। इस तों इलावा सरकार वालों बिजली सोध बिल वापस लैण दा ऐलान कीता गया सी। हुण सरकार नूं उम्मीद है कि 15 जनवरी दी मीटिंग सार्थक रहेगी। वार्ता में तीनों कानूनों से संबंधित ही चर्चा होती रही, लेकिन कोई निर्णय आज नहीं हो सका। सरकार का लगातार यह आग्रह रहा कि रिपील के अतिरिक्त कोई और विकल्प अगर यूनियन दे तो सरकार उस पर विचार करेगी। लेकिन बहुत देर तक चर्चा के बाद भी
कोई विकल्प आज प्रस्तुत नहीं किए जा सके और इसलिए आज चर्चा का दौर यहीं स्थगित हुआ और यूनियन और सरकार दोनों ने मिलकर ये तय किया है कि 15 जनवरी को पुनः दोपहर 12 बजे वार्ता के लिए इकट्ठा होंगे। वो लोग भी अपने यहाँ बात करेंगे, हम लोग भी अपने यहाँ बात करेंगे और मुझे आशा है कि 15 तारीख की जो बैठक होगी उसमें कोई समाधान ढूंढने में हम लोग सफल होंगे। स्वाभाविक रूप से अंदर जब चर्चा होती है तो बहुत सारी बातें होती हैं और उन सब बातों को सार्वजनिक करना उचित नहीं होता, लेकिन जब चर्चा हुई और चर्चा में निर्णय तक नहीं पहुंच सके तो निश्चित रूप से कई विषय ऐसे हैं जो उनके भी ध्यान में आए, कई विषय ऐसे हैं जो हमारे भी ध्यान में आए। तो इसलिए जब अगली चर्चा होगी तो अगली चर्चा में वो सब बातचीत करके ही दोनों पक्ष बैठेंगे। ਮਸਲੇ ਦਾ ਹੱਲ ਕੱਢਣ ਲਈ ਕਿਸਾਨਾਂ ਤੇ ਸਰਕਾਰ ਦਰਮਿਆਨ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨਾਨਕਸਰ ਸੰਪਰਦਾ ਦੇ ਬਾਬਾ ਲੱਖਾ ਸਿੰਘ ਬਾਰੇ ਵੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਲੈ ਕੇ ਪਹੁੰਚੇ ਸਨ। मुझे इस बात की प्रसन्नता है कि बाबा लखा सिंह जी सिख समाज के धार्मिक संत हैं और उनके मन में यह दर्द था कि किसान आंदोलन पर हैं, सर्दी का मौसम है और ऐसे में इसका समाधान जल्दी होना चाहिए। तो उन्होंने मुझे सूचना भेजी, मैंने बहुत सम्मान से उनका समय निश्चित किया। वो वार्ता के लिए पधारे, उन्होंने किसानों की बात को सरकार के समक्ष रखा, मैंने सरकार के कानूनी पक्ष को उनके समक्ष रखा और मैंने उनसे ये प्रार्थना की कि आप यूनियंस के लीडर्स से बात करें। यूनियन के लीडर रिपील के अतिरिक्त जो भी विचार व्यक्त करते हैं वो सीधा हमको विचार व्यक्त करें, हमको प्रस्ताव दें, अथवा वो अगर आपको भी कोई प्रस्ताव देते हैं और आप हमको कन्वे करते हैं तो भी निश्चित रूप से हम विचार करेंगे। तो मध्यस्थता के लिए हमने बाबा लखा सिंह जी को नहीं कहा, उनके मन में किसानों के प्रति जो दर्द था उसके कारण उन्होंने हमको कहा। तो स्वाभाविक रूप से विषय किसानों का भी है और विषय धार्मिक संत का भी है, तो किसानों का भी सम्मान हमारे मन में है और धार्मिक संत का भी सम्मान हमारे मन में है। इसलिए बाबा लखा सिंह जी से बहुत अच्छे वातावरण में चर्चा हुई और मुझे आशा है कि शायद उन्होंने संबंधित लोगों से बात की हो। बाबा जी एक बात बताइए, आप मिले हैं और आपने ये बात कही है कि आप मध्यस्थता करेंगे, मीडिएटरशिप के लिए तैयार हुए हैं आप सरकार और किसानों के बीच में है नहीं? देखो हुए तो आप कदम उठाया, उसके बाद किसानों के बीच भी आके बैठे हैं। किसानों को ये मंजूर है आपका मीडिएटर बनना? ऐसे नहीं होता। नहीं, आपने उनको बताया होगा, किसानों ने आपसे सवाल किए होंगे। ऐसे बात है, एक व्यक्ति हो तो उनके साथ बात होगी तो फैसला हो गया, लेकिन 42 जो संगठन है वो 42 लोगों की जो पार्टियां, 42 पार्टियों को जब इकट्ठे बैठेंगे, जो हमारी बात की है उनके बीच वो बात उठाई जाएगी। फिर उसके बाद कोई और हल सोचेंगे, हमने जे ऐसे करना या नहीं करना, जो वो जवाब देंगे उसके बाद अगला जो कदम उठाया जाएगा। 11 जनवरी ਨੂੰ ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋਣੀ ਹੈ। ਹਾਲਾਂਕਿ ਕਿਸਾਨ ਸਾਫ਼ ਕਰ ਚੁੱਕੇ ਨੇ ਕਿ ਉਹ ਆਪਣਾ ਸ਼ਾਂਤਮਈ ਧਰਨਾ ਕਿਸੇ ਵੀ ਕੀਮਤ ਉੱਤੇ ਖਤਮ ਨਹੀਂ ਕਰਨਗੇ। ਅਜਿਹੇ 'ਚ 15 ਜਨਵਰੀ ਨੂੰ ਦੁਪਹਿਰ 12 ਵਜੇ ਕਿਸਾਨਾਂ ਤੇ ਕੇਂਦਰ ਵਿਚਕਾਰ ਮੁੜ ਮੀਟਿੰਗ ਹੋਵੇਗੀ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਕਿਸਾਨਾਂ ਦੇ ਅਗਲੇ ਪ੍ਰੋਗਰਾਮ ਦੇ ਬਾਰੇ ਜਾਣਾਂਗੇ। ਦਿੱਲੀ ਨੂੰ ਕਿਸਾਨ ਲਗਾਤਾਰ ਕੂਚ ਕਰ ਰਹੇ ਨੇ ਕਿਉਂਕਿ ਅੰਦੋਲਨਕਾਰੀ ਕਿਸਾਨ 26 ਜਨਵਰੀ ਤੱਕ ਆਪਣੇ ਸੰਘਰਸ਼ ਦੀ ਰੂਪਰੇਖਾ ਐਲਾਨ ਚੁੱਕੇ ਨੇ। ਕ੍ਰਮਵਾਰ ਕਿਸਾਨੀ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦੇ ਬਾਰੇ ਜਾਣਦੇ ਹਾਂ।
ਖੇਤੀ ਕਾਨੂੰਨ ਖਿਲਾਫ ਦਿੱਲੀ ਬਾਰਡਰ ਉਤੇ ਡਟੇ ਕਿਸਾਨ ਲਗਾਤਾਰ ਅੰਦੋਲਨ ਨੂੰ ਭਖਾਉਣ ਦਾ ਐਲਾਨ ਕਰ ਰਹੇ ਨੇ। ਕਿਸਾਨਾਂ ਦੇ ਪ੍ਰੋਗਰਾਮ ਮੁਤਾਬਕ ਸਭ ਤੋਂ ਵੱਡਾ ਐਲਾਨ 26 ਜਨਵਰੀ ਗਣਤੰਤਰ ਦਿਹਾੜੇ ਲਈ ਕਿਸਾਨਾਂ ਨੇ ਕੀਤਾ ਹੈ। ਕਿਸਾਨ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰਾਂ ਨਾਲ ਕਿਸਾਨ ਪਰੇਡ ਕੱਢਣਗੇ। ਕਰੀਬ 26 ਜਨਵਰੀ ਤੱਕ ਅੰਦੋਲਨਕਾਰੀ ਕਿਸਾਨ ਆਪਣੀ ਰਣਨੀਤੀ ਦਾ ਐਲਾਨ ਕਰ ਚੁੱਕੇ ਨੇ, ਜਿਸ ਮੁਤਾਬਕ 6 ਜਨਵਰੀ ਤੋਂ 20 ਜਨਵਰੀ ਤੱਕ ਜਾਗ੍ਰਿਤੀ ਅਭਿਆਨ ਚੱਲੇਗਾ। 13 ਜਨਵਰੀ ਨੂੰ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਜਾਵੇਗੀ। 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਏਗਾ। 23 ਜਨਵਰੀ ਨੂੰ ਦੇਸ਼ 'ਚ ਗਵਰਨਰ ਹਾਊਸ ਤੱਕ ਕਿਸਾਨ ਮਾਰਚ ਕਰਨਗੇ। दिल्ली 26 जनवरी ਨੂੰ ਟਰੈਕਟਰਾਂ ਤੇ किसान परेड होगी। और सरकार पे दबाव बनाने के लिए हम लोग लगभग 1.5 महीने से यहाँ बैठे हुए हैं। शांतिपूर्वक हमारा धरना प्रदर्शन चल रहा है और कल जो हमने मार्च निकाला है, पूरे देश भर से हमको संदेश मिला है। केवल यही मार्च नहीं निकाला गया, पूरे देश भर में मेरे डिस्ट्रिक्ट से मुझे फोन आए हैं कि वहाँ भी हर तहसील में, हर गाँव में, हर कस्बे में जो है ट्रैक्टर मार्च निकाला गया है। और मैं समझता हूं कि जितना भी हम लोग दबाव बना रहे हैं, बिल्कुल सरकार पे ऊपर दबाव बन रहा है और हमारा दबाव बढ़ता जा रहा है। जितना सरकार इसमें विलंब कर रही है तो हमारा दबाव जो है उसी हिसाब से और बढ़ता जाएगा। किसान बहुत परेशान है। मोदी जी नूं ये गल समझ लेनी चाहिए, सरकार नूं ये काले कानून तिन्ने वापस ले ले और बच्चे, किसान, बीबियां, भैणां अज मतलब गाजीपुर बार्डर ते बहुत घट है बहुत है गिनती के हिसाबों ज़्यादा है, पर हुण बीबियां भी आ रही हैं। पिछों सुनिया इहो ही आउंदा सानू फोन ते बई तुसीं आउणा नहींगा, डटे रहो। किसान भी साडा राजा सानू इंसाफ देऊगा, साडे हित लई जिहड़े कानून बनाऊगा, पर जिहड़े जिन्ने कानून साडे हित तो उल्ट इसने बनाए हैं उसके लिए किसानों में या समुचे वर्ग में रोष है। उस रोष के लिए हम धाने पर बैठे हैं। असीं तां कहने आ फैसला कर देवे, असीं अपने परिवारां 'ਚ जाइए, पर देश के हित लिए असीं हमेशा सोचते हैं भी शांति बनी रहे। समुचे किसानां दी यही मनसा है भी राजा जिहड़ा है समुचा वधिया फैसला करे। पिछली बार भी हमें उम्मीद तो बहुत थी, जब इन्होंने 2 बिल पर सहमति जताई थी तब हमें लगता था कि 1-2 मीटिंग में ये सब निपट जाएगा। तो सरकार की शायद नीति कुछ और है। वो लोग हम लोगों को पाटोदाड़ करना चाहते हैं कि ये लोग अपने आपस में लड़कर वापस चले जाएंगे। ऐसा नहीं होगा। ये जो लोग जहाँ पर बैठे हैं ये जहाँ से जीत कर जाएंगे, लड़कर नहीं एक दूसरे से जाएंगे। और हम सरकार से कहना चाहते हैं कि आप लोग जो है कॉर्पोरेट घरानों को सिक्योर कर रहे हो, आप किसान को सिक्योर क्यों नहीं कर रहे? बस मैं इतना ही कहना चाहूंगी भी जितनी जल्दी हो सके ये कानून रद्द किए जाएं। और हम लोग यहाँ भूख हड़ताल पे भी बैठे हैं। हमने यहाँ पूरी तरह से जो सुविधाएं हैं, हमने सारी सुविधाएं इस घर में एक हमने घर बना लिया पंजाब के लोगों ने मिलके। वैसे ऑल इंडिया के लोग यहाँ पहुँच चुके हैं, उन्होंने सबने मिलके अपना ये घर बना लिया है। उतनी देर ये घर नहीं होगा जितनी देर ये कानून रद्द नहीं होंगे। ਕਿਸਾਨਾਂ ਨੇ ਸਾਫ਼ ਕੀਤਾ ਕਿ ਉਹਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਰਹੇਗਾ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ MSP ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਕਿਸਾਨ ਸੰਘਰਸ਼ ਕਰ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਸਨ, ਸ਼ਾਂਤਮਈ ਨੇ ਤੇ ਸ਼ਾਂਤਮਈ ਰਹਿਣਗੇ, ਪਰ ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਉੱਪਰ ਡਟੇ ਰਹਿਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਹੁਣ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਹੁਣ ਤੱਕ ਦੇ ਕਿਸਾਨੀ ਸੰਘਰਸ਼ ਉੱਤੇ ਨਜ਼ਰ ਪਾਵਾਂਗੇ। ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਲਗਾਤਾਰ ਦਿੱਲੀ ਬਾਰਡਰ ਉੱਤੇ ਡਟੇ ਹੋਏ ਨੇ ਅਤੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਜਾਰੀ ਹੈ। ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਕਿਵੇਂ ਪਖਾਈ ਰੱਖਿਆ। ਗੱਲ ਸਿਆਸਤਦਾਨਾਂ ਦੇ ਰੁਖ ਦੀ ਵੀ ਕਰਾਂਗੇ।
ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਕਿਸਾਨ ਦਿੱਲੀ ਬਾਰਡਰ ਉੱਤੇ ਡਟੇ ਹੋਏ ਨੇ। ਕੇਂਦਰ ਦੀ ਉਮੀਦ ਦੇ ਉਲਟ ਕਿਸਾਨੀ ਸੰਘਰਸ਼ ਭਖਿਆ ਨਾ ਕਿ ਮੱਠਾ ਪਿਆ। ਜੇਲ੍ਹ ਭਰੋ ਅੰਦੋਲਨ, ਜੇਲ੍ਹਾਂ ਅਤੇ ਡੀਸੀ ਦਫ਼ਤਰਾਂ ਬਾਹਰ ਧਰਨਿਆਂ ਬਾਅਦ ਕਿਸਾਨਾਂ ਦੇ ਅੰਦੋਲਨ ਨੇ ਕੇਂਦਰ ਨੂੰ ਸਿੱਧੀ ਚੁਣੌਤੀ ਦਿੱਤੀ। ਟੋਲ ਪਲਾਜ਼ਿਆਂ ਸਣੇ ਕਾਰਪੋਰੇਟ ਘਰਾਣਿਆਂ ਦੇ ਮੌਲ ਅਤੇ ਪੰਪ ਘੇਰੇ ਗਏ। ਟ੍ਰੇਨਾਂ ਰੋਕਣ ਬਾਅਦ ਹਾਲਾਂਕਿ ਬਾਅਦ 'ਚ ਰਸਤਾ ਦਿੱਤਾ ਗਿਆ। ਦਿੱਲੀ ਕੂਚ ਮਗਰੋਂ ਕਿਸਾਨਾਂ ਦਾ ਰਾਜਧਾਨੀ ਦੇ ਬਾਰਡਰ ਤੇ ਧਰਨਾ ਜਾਰੀ ਹੈ। ਪੰਜ ਜੂਨ 2020 ਨੂੰ ਖੇਤੀ ਸੰਬੰਧੀ 3 ਆਰਡੀਨੈਂਸ ਲਿਆਂਦੇ ਗਏ। 14 ਸਤੰਬਰ 2020 ਨੂੰ ਲੋਕ ਸਭਾ 'ਚ ਖੇਤੀ ਬਿੱਲ ਪੇਸ਼ ਕੀਤਾ। 17 ਸਤੰਬਰ ਨੂੰ ਲੋਕ ਸਭਾ 'ਚ ਖੇਤੀ ਬਿੱਲ ਪਾਸ ਹੋਇਆ। 20 ਸਤੰਬਰ ਨੂੰ ਖੇਤੀ ਬਿੱਲ ਰਾਜ ਸਭਾ 'ਚ ਪਾਸ ਹੋਇਆ। 27 ਸਤੰਬਰ 2020 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੂਰੀ ਦਿੱਤੀ। ਤਿੰਨੋਂ ਖੇਤੀ ਬਿੱਲ 27 ਸਤੰਬਰ 2020 ਤੋਂ ਕਾਨੂੰਨ ਬਣ ਗਏ। ਖੇਤੀ ਕਾਨੂੰਨ ਬਾਅਦ ਹੁਣ ਤੱਕ ਕਿਸਾਨ ਅੰਦੋਲਨ ਕਈ ਪੜਾਵਾਂ 'ਚੋਂ ਲੰਘਿਆ ਹੈ। ਕਿਸਾਨਾਂ ਨੇ ਕਈ ਤਰੀਕਿਆਂ ਨਾਲ ਆਪਣਾ ਰੋਸ ਜਤਾਇਆ। ਅਖੀਰ ਗੱਲ ਨਾ ਬਣਦੀ ਵੇਖ ਸੰਘਰਸ਼ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ। 24 ਸਤੰਬਰ ਰੇਲ ਗੱਡੀਆਂ ਰੋਕਣ ਦਾ ਐਲਾਨ ਹੋਇਆ। 25 ਸਤੰਬਰ ਪੂਰਨ ਤੌਰ ਉੱਤੇ ਕਿਸਾਨਾਂ ਨੇ ਪੰਜਾਬ ਬੰਦ ਰੱਖਿਆ। 8 ਅਕਤੂਬਰ ਕੇਂਦਰ ਨਾਲ ਗੱਲਬਾਤ ਦਾ ਸੱਦਾ ਠੁਕਰਾਇਆ। 9 ਅਕਤੂਬਰ 2 ਘੰਟੇ ਲਈ ਪੰਜਾਬ 'ਚ ਚੱਕਾ ਜਾਮ ਹੋਇਆ। 14 ਅਕਤੂਬਰ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ। 21 ਅਕਤੂਬਰ ਕਿਸਾਨਾਂ ਵੱਲੋਂ ਸਿਰਫ ਮਾਲ ਗੱਡੀਆਂ ਨੂੰ ਰਾਹ ਦੇਣ ਦਾ ਐਲਾਨ ਹੋਇਆ। 27 ਅਕਤੂਬਰ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਅਭਿਆਨ ਦਾ ਐਲਾਨ ਕੀਤਾ ਗਿਆ। 5 ਨਵੰਬਰ ਦੇਸ਼ ਭਰ 'ਚ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। 13 ਨਵੰਬਰ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ। 21 ਨਵੰਬਰ ਕੈਪਟਨ ਨਾਲ ਮੀਟਿੰਗ ਬਾਅਦ ਕਿਸਾਨਾਂ ਨੇ ਰੇਲਾਂ ਨੂੰ ਰਾਹ ਦਿੱਤਾ। 26 ਨਵੰਬਰ ਕਿਸਾਨਾਂ ਨੇ ਕਾਫਲਿਆਂ ਦੇ ਰੂਪ 'ਚ ਦਿੱਲੀ ਨੂੰ ਕੂਚ ਕਰਨਾ ਸ਼ੁਰੂ ਕੀਤਾ। 1 ਦਸੰਬਰ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਫਿਰ ਬੇਸਿੱਟਾ ਰਹੀ। 2 ਦਸੰਬਰ ਕਿਸਾਨਾਂ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ। 3 ਦਸੰਬਰ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਮੁੜ ਬੇਸਿੱਟਾ ਰਹੀ। 5 ਦਸੰਬਰ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਇੱਕ ਵਾਰ ਫਿਰ ਬੇਸਿੱਟਾ ਰਹੀ। 8 ਦਸੰਬਰ ਅਮਿਤ ਸ਼ਾਹ ਨਾਲ ਕਿਸਾਨ ਲੀਡਰਾਂ ਦੀ ਗੈਰ ਰਸਮੀ ਮੁਲਾਕਾਤ ਹੋਈ। 9 ਦਸੰਬਰ ਮਿਥੀ ਹੋਈ ਮੁਲਾਕਾਤ ਰੱਦ ਕੀਤੀ ਗਈ। 9 ਦਸੰਬਰ ਨੂੰ ਹੀ ਸਰਕਾਰ ਨੇ ਕਿਸਾਨਾਂ ਨੂੰ ਸੋਧਾਂ ਵਾਲਾ ਮਤਾ ਭੇਜਿਆ। 9 ਦਸੰਬਰ ਨੂੰ ਹੀ ਕਿਸਾਨਾਂ ਨੇ ਸਰਕਾਰ ਦਾ ਮਤਾ ਠੁਕਰਾ ਦਿੱਤਾ। 16 ਦਸੰਬਰ ਚਿੱਠੀ ਜ਼ਰੀਏ ਸਰਕਾਰ ਦੀਆਂ ਤਜਵੀਜ਼ਾਂ ਕਿਸਾਨਾਂ ਨੇ ਠੁਕਰਾਈਆਂ। 17 ਦਸੰਬਰ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਨਾਮ ਖੁੱਲਾ ਖਤ ਲਿਖਿਆ। 20 ਦਸੰਬਰ ਤਰੀਕ ਮਿੱਥੇ ਬਿਨਾਂ ਕਿਸਾਨਾਂ ਨੂੰ ਮੁੜ ਤੋਂ ਗੱਲਬਾਤ ਦਾ ਸੱਦਾ ਆਇਆ। 23 ਦਸੰਬਰ ਕਿਸਾਨਾਂ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਜਵਾਬ ਭੇਜਿਆ। 28 ਦਸੰਬਰ ਸਰਕਾਰ ਨੇ 30 ਦਸੰਬਰ ਲਈ ਮੁਲਾਕਾਤ ਦਾ ਫਿਰ ਸੱਦਾ ਭੇਜਿਆ। 30 ਦਸੰਬਰ ਨੂੰ ਪਰਾਲੀ ਆਰਡੀਨੈਂਸ 'ਚ ਕਿਸਾਨਾਂ ਲਈ ਸੋਧ ਦਾ ਸਰਕਾਰ ਨੇ ਐਲਾਨ ਕੀਤਾ। 30 ਦਸੰਬਰ ਨੂੰ ਹੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ। 4 ਜਨਵਰੀ ਨੂੰ ਕਿਸਾਨਾਂ ਅਤੇ ਸਰਕਾਰ ਦਰਮਿਆਨ ਫਿਰ ਮੀਟਿੰਗ ਹੋਈ। 4 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹੀ। 7 ਜਨਵਰੀ ਨੂੰ ਕਿਸਾਨਾਂ ਨੇ KMP ਐਕਸਪ੍ਰੈਸ ਵੇ ਤੇ ਟਰੈਕਟਰ ਮਾਰਚ ਕੱਢਿਆ। 8 ਜਨਵਰੀ ਦੀ ਮੀਟਿੰਗ ਵੀ ਕਿਸਾਨਾਂ ਤੇ ਕੇਂਦਰ ਵਿਚਕਾਰ ਬੇਸਿੱਟਾ ਰਹੀ।
इस दौरान किसानी संघर्ष ਨੂੰ हर पासे तो भरवां समर्थन मिल रही है। सियासी पार्टियां ਨੂੰ किसानां ने खुद तो दूर रखा हुआ है, खासकर बीजेपी का लगातार विरोध हो रहा है। हालांकि इस तो पहला किसानां ने मुख मंत्री कैप्टन अमरिंदर सिंह के शहर पटियाला च धरने लाई। लंबी च साबका मुख मंत्री प्रकाश सिंह बादल के घर बाहर धरना लाया गया। इसे किसानी संघर्ष का सेक सी कि बीजेपी नूं छड्ड के पंजाब दीआं बाकी पार्टियां ने केंद्र के खेती कानून खिलाफ स्टैंड लिया। सतारह सितंबर हरसिमरत बादल ने मोदी कैबिनेट तो अस्तीफा दिता। 26 सितंबर श्रोमणी अकाली दल ने एनडीए नालों नाता तोड़िया। 28 सितंबर कैप्टन अमरिंदर सिंह ने खड़कड़ कलां धरना दिता। 29 सितंबर सीएम अमरिंदर सिंह ने किसानां नाल मीटिंग की। 1 अक्तूबर अकाली दल ने 3 तख्तां तो मार्च कढ़िया। 3 दिनां पंजाब दौरे ते 4, 5 ते 6 अक्तूबर नूं राहुल गांधी ने ट्रैक्टर मार्च कढ़िया। सोनिया गांधी ने कांग्रेस सरकारां नूं विशेष इजलास बुलाउण दी सलाह दित्ती। 20 अक्तूबर पंजाब विधान सभा च केंद्र के खेती कानून खिलाफ बिल पास हुए। 23 अक्तूबर पीएम मोदी ने कहा देश अपने फैसलों तो पीछे नहीं हटेगा। 3 दिसंबर सीएम अमरिंदर ने दिल्ली च अमित शाह नाल मुलाकात की थी। 4 दिसंबर साबका मुख्यमंत्री प्रकाश सिंह बादल ने पद्म विभूषण वापस किया। साल के सब तो ठंडे दिनों च किसान खुले आसमान हेठ प्रदर्शन कर रहे हैं। देश की राजधानी दिल्ली दीआं बरूहां ते किसानां ने डेरे लाए हुए ने। सरकार दीआं दलीलां ते दावे भी बदस्तूर जारी ने कि खेती कानून लाहे लई ने, पर किसान भी अपनी मंगां ते डटे हुए ने। फिलहाल ਦੇ ਲਈ इन्ना ही देश दुनिया ਦੀਆਂ तमाम खबरां ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।